ਇਹ ਤਰੀਕਾ ਠੀਕ ਰਿਹਾ? ਤੁਸੀਂ ਕੀ ਉਹਦਾ ਸਮਰਥਨ ਕਰਦੇ ਹੋ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਉੱਥੇ ਰੋਕਿਆ ਗਿਆ ਜਾਂ ਵਿਰੋਧ ਪ੍ਰਦਰਸ਼ਨ ਹੋਇਆ, ਕੀ ਤੁਸੀਂ ਉਹਦਾ ਸਮਰਥਨ ਕਰ ਰਹੇ ਹੋ? ਮੈਂ ਇਹ ਕਹਿੰਦੀ ਹਾਂ ਕਿ 10 ਦਿਨ ਤੋਂ ਪਹਿਲਾਂ ਉਹਨਾਂ ਜਦੋਂ ਪ੍ਰੋਗਰਾਮ ਦਾ ਮਾੜੀ ਮੋਟੀ ਫੁਆਹ ਆਈ ਸੀ, ਉਦੋਂ ਤੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ, ਸਾਨੂੰ ਗੁੱਸਾ ਹੈ, ਅਸੀਂ ਆਪਣਾ ਪ੍ਰੋਟੈਸਟ ਦਿਖਾਵਾਂਗੇ। ਡੈਮੋਕ੍ਰੇਸੀ ਵਿੱਚ ਡੈਮੋਕ੍ਰੇਸੀ ਆਪਣਾ ਪ੍ਰੋਟੈਸਟ ਦਿਖਾਉਣ ਦਾ ਹੱਕ ਹੈਗਾ ਸਭ ਨੂੰ। ਜੇ ਤਾਂ ਕਿਸੇ ਨੇ ਇੱਥੇ ਤਾਂ ਇਹੋ ਜਿਹੇ ਮੌਕੇ ਵੀ ਆਏ ਨੇ ਜਦੋਂ ਗੁਜਰਾਤ ਵਰਗੀਆਂ ਸਟੇਟਾਂ 'ਚ ਆਪਣੇ ਸਾਡੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਗਏ ਸੀਗੇ, ਉਹਨਾਂ ਦੀ ਕਿਸ ਤਰੀਕੇ ਨਾਲ ਇੱਕ ਜੁੱਤੀ ਸਿੱਟੀ ਗਈ ਸੀਗੀ, ਕਿਸ ਤਰੀਕੇ ਨਾਲ ਜਦੋਂ ਆਪਣੇ ਕਿੰਨੀਆਂ ਥਾਵਾਂ ਤੇ ਧੱਕੇ ਮੁੱਕੀ ਪੈਂਦੇ 'ਚ ਜਾ ਕੇ ਮੋਦੀ ਜੀ ਉੱਥੇ ਬੋਲ ਕੇ ਆਏ ਸੀਗੇ। ਇੰਨੇ ਅਪਮਾਨਿਤ ਭਰੇ ਲਫ਼ਜ਼ਾਂ ਵਿੱਚ ਤਾਂ ਮੋਦੀ ਜੀ ਕਦੇ ਚੱਲ ਕੇ ਰਾਸ਼ਟਰਪਤੀ ਕੋਲ ਗਏ ਨਾ। ਮੈਂ ਤਾਂ ਕਹਿੰਦੀ ਹਾਂ ਕਿ ਪਹਿਲੇ ਤੌਰ ਤੇ ਹੀ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਚਾਹੀਦਾ ਸੀ ਕਿ ਆਈ ਐਮ ਅ ਫੇਲੀਅਰ ਪ੍ਰਾਈਮ ਮਿਨਿਸਟਰ, ਮੈਂ ਆਪਣੇ ਵਾਅਦਿਆਂ ਤੋਂ ਮੁੱਕਰਨ ਵਾਲਾ ਪ੍ਰਾਈਮ ਮਿਨਿਸਟਰ ਹਾਂ। ਮੈਂ ਇਹ ਸਾਰੇ ਜਿਹੜੇ ਛੇੜੇ ਇਸ ਤਰ੍ਹਾਂ ਦੇ ਰੌਲੇ ਗੌਲੇ ਪੰਜਾਬ 'ਚ, ਇਹ ਮੇਰੀ ਬਦੌਲਤ ਛੇੜੇ ਨੇ। 750 ਕਿਸਾਨ ਸਾਡਾ ਸ਼ਹੀਦ ਹੋਇਆ ਮੇਰੇ ਇਸ ਕਾਰਨਾਂ ਕਰਕੇ ਹੋਇਆ ਜਿਹੜੇ ਮੈਂ ਕਾਲੇ ਕਾਨੂੰਨ ਲੈ ਕੇ ਆਇਆ ਸੀ। ਇੰਨੀਆਂ ਔਰਤਾਂ ਤੇ ਗੱਡੀਆਂ ਔਰ ਬੰਦੇ ਲਖੀਮਪੁਰ ਗੱਡੀਆਂ ਚੜਾਈਆਂ ਗਈਆਂ ਤੇ ਮੈਂ ਆਪਣਾ ਆਪ ਰਾਸ਼ਟਰਪਤੀ ਸਾਹਿਬ ਕੋਲ ਜਾਣਾ ਕਿ ਮੈਂ ਇੱਕ ਸੂਬੇ ਦੇ ਵਿੱਚ ਜਿਹੜਾ ਹੈਗਾ ਇੰਨੀ ਪ੍ਰੋਟੈਕਸ਼ਨ ਨਹੀਂ ਦੇ ਸਕਿਆ। ਔਰ ਅੱਜ ਵੀ ਇਹ ਕਹਿਣ ਕਿ ਮੈਂ ਪ੍ਰਾਈਮ ਮਿਨਿਸਟਰ ਹੁੰਦਾ ਹੋਇਆ ਆਪਦੀਆਂ ਏਜੰਸੀਆਂ ਦੇ ਸਮੇਤ ਸਭ ਕੁਝ ਸਮੇਤ ਇੱਕ ਸਟੇਟ ਵਿੱਚ ਮੈਂ ਜਾ ਕੇ ਆਪਣੀ ਰੈਲੀ ਨਹੀਂ ਕਰ ਸਕਿਆ ਤੇ ਮੈਨੂੰ ਪੀਐਮ ਰਹਿਣ ਦਾ ਕੋਈ ਹੱਕ ਨਹੀਂ ਔਰ ਅਮਿਤ ਸ਼ਾਹ ਨੂੰ ਹੋਮ ਮਿਨਿਸਟਰ ਰਹਿਣ ਦਾ ਕੋਈ ਹੱਕ ਨਹੀਂ। ਇਹ ਸਾਰੀ ਆਪਦੀ ਬੀਜੇਪੀ ਦੀ ਸਰਕਾਰ ਬਰਖਾਸਤ ਕਰਾਉਣ, ਇਹਨਾਂ ਦਾ ਇਹ ਬਣਦਾ ਹੈਗਾ ਅੱਜ ਕਰਨ ਦਾ ਫੈਸਲਾ, ਨਾ ਕਿ ਦੂਸ਼ਣਬਾਜ਼ੀ ਕਰਕੇ ਡਿੱਗਿਆ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ। ਇਹ ਗੱਲਾਂ ਸਾਰੀਆਂ ਆਪਣੀਆਂ ਖੌਤਾਂ ਬਣੀਆਂ ਹੋਈਆਂ ਨੇ, ਅੱਜ ਉਹ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਦੇਖੋ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਪੂਰੀ ਦੁਨੀਆ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਚਰਚਾਵਾਂ ਹੋਈਆਂ, ਇਸ ਮੁੱਦੇ ਤੇ ਚਰਚਾ ਹੋਈ ਹੈ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਗਿਆ। ਹੁਣ ਸਪੈਸ਼ਲ ਕਮੇਟੀਆਂ, ਕਿਉਂਕਿ ਪੰਜਾਬ ਆਪਣੇ ਪੱਧਰ ਤੇ ਜਾਂਚ ਕਰ ਰਿਹਾ, ਕੇਂਦਰ ਆਪਣੇ ਪੱਧਰ ਤੇ, ਪਰ ਹੁਣ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਦੋਨੇ ਇੱਕ ਵਾਰੀ ਰੁਕ ਜਾਓ, ਸਾਰਾ ਰਿਕਾਰਡ ਜਿਹੜਾ ਹੈਗਾ ਫਰੀਜ਼ ਹੋਏਗਾ ਔਰ ਪ੍ਰੋਪਰ ਇਸ ਦੀ ਜਾਂਚ ਹੋਏਗੀ। ਤਾਂ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਨੂੰ, ਕਿਉਂਕਿ ਕੇਂਦਰ ਕਹਿ ਰਿਹਾ ਕਿ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹੜੇ ਲੋਕ ਜ਼ਿੰਮੇਵਾਰ ਨੇ, ਤਾਂ ਤੁਹਾਨੂੰ ਲੱਗਦਾ ਕਿ ਕੋਈ ਵਾਕਈ ਜ਼ਿੰਮੇਵਾਰ ਹੈ? ਪੰਜਾਬ ਪੱਧਰ ਤੇ ਸੁਰੱਖਿਆ 'ਚ ਜਿਹੜੀ ਹੈ ਕਮੀ ਰਹੀ ਹੈ, ਚੂਕ ਹੋਈ ਹੈ, ਤੁਸੀਂ ਮੰਨਣ ਨੂੰ ਤਿਆਰ ਹੋ? ਮੁੱਖ ਮੰਤਰੀ ਦਾ ਤੁਹਾਨੂੰ ਲੱਗਦਾ ਹੈ ਕਿ ਉੱਥੇ ਨਾ ਜਾਣਾ ਇੱਕ ਸਹੀ ਫੈਸਲਾ ਸੀ? ਦੇਖੋ ਮੈਂ ਇਹ ਕਹਿੰਦੀ ਹਾਂ ਕਿ ਸਿਕਿਉਰਿਟੀ, ਇੰਸੀਡੈਂਟ ਤੇ ਪ੍ਰੋਟੋਕਾਲ, ਇਹ ਦੋ ਚੀਜ਼ਾਂ ਹੁੰਦੀਆਂ। ਪ੍ਰੋਟੋਕਾਲ ਥਰਡ ਥਾਂ ਤੇ ਹੁੰਦਾ, ਲਾਈਟ ਵੇਟ ਆ ਜਾਂਦਾ। ਪ੍ਰੋਟੋਕਾਲ ਤੇ ਗਿਆ, ਸਾਡੇ ਮਿਨਿਸਟਰ ਗਏ ਨੇ, ਡਿਪਟੀ ਸੀਐਮ ਗਏ ਨੇ, ਹੋਰ ਗਏ ਨੇ ਤੇ ਪੀਐਮ ਸੀਐਮ ਨੇ ਵੀ ਜਾਣਾ ਸੀ। ਪਰ ਜਦੋਂ ਦੇਖ ਲਿਆ ਸੀ ਉਹਨਾਂ ਨੇ ਕਿ ਇਕੱਠ ਹੋਇਆ ਹੀ ਨਹੀਂ, ਕੁਰਸੀਆਂ ਖਾਲੀ ਹੈ, ਉਹਨਾਂ ਨੇ ਸਾਜ਼ਿਸ਼ ਦਾ ਘੜਾ ਸਾਡੇ ਜਿੰਮੇ ਭੰਨਣਾ ਸੀ। ਇਹਨਾਂ ਨੇ ਕਿਹਾ ਸੀ ਕੈਪਟਨ ਨੇ ਤੇ ਢੀਂਡਸਾ ਨੇ, ਦੇਖਿਓ ਜੀ ਪੰਜਾਬ ਵੱਲ ਕੇ ਪੈ ਜਾਊਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਫੇਲਿਅਰ ਨੂੰ ਛੁਪਾਉਣ ਵਾਸਤੇ ਕੀਤੀਆਂ ਗਈਆਂ। ਕਿ ਕੇਂਦਰ ਕਹਿੰਦਾ ਜੀ, ਤੁਸੀਂ ਕਹਿੰਦੇ ਹੋ ਕੇਂਦਰ ਦੀ ਸਾਜ਼ਿਸ਼ ਹੈ, ਕੇਂਦਰ ਕਹਿੰਦਾ ਹੈ ਕਿ ਪੰਜਾਬ ਦੀ ਸਾਜ਼ਿਸ਼ ਹੈ। ਕੇਂਦਰ ਸਿੱਧਾ ਇਲਜ਼ਾਮ ਲਾਉਂਦਾ, ਉਹ ਕਹਿੰਦੇ ਸਾਡਾ ਫੋਨ ਤੱਕ ਨਹੀਂ ਮੁੱਖ ਮੰਤਰੀ ਨੇ ਚੱਕਿਆ। ਨਹੀਂ, ਇਹ ਤਾਂ ਬਿਲਕੁਲ ਕਹਿਣ ਦੀਆਂ ਗੱਲਾਂ ਹੈ, ਪੂਰਾ ਝੂਠ ਹੈ। ਸਾਡਾ ਮੁੱਖ ਮੰਤਰੀ 3 ਵਜੇ ਤੱਕ ਰਾਤ ਤੱਕ ਫਿਰ ਰਿਹਾ। ਸਾਡੇ ਮੁੱਖ ਮੰਤਰੀ ਨੇ 3 ਅਲਟਰਨੇਟਿਵ ਅਰੇਂਜਮੈਂਟ ਕੀਤੇ ਹੋਏ ਸੀਗੇ। ਸਾਡੇ ਆਪਣੇ ਮੁੱਖ ਮੰਤਰੀ ਦੇ ਕਹਿਣ ਦੇ ਫਿਰ ਉਹ ਕਿੱਧਰ ਗਏ ਜੀ? ਉਹ ਬੰਨੇ ਨਹੀਂ 3 ਅਲਟਰਨੇਟਿਵ ਕਿੱਧਰ ਗਏ ਜੀ? ਮੈਂ ਕਹਿੰਦੀ ਹਾਂ ਕਿ ਜੇ ਉਹ ਆਪਣੇ ਹੈਲੀਕਾਪਟਰਾਂ ਨੂੰ 3 ਵਾਰ ਗੇੜੇ ਮਰਵਾ ਕੇ 3 ਰੂਟਾਂ ਤੋਂ ਉੱਥੇ ਜਾ ਕੇ ਚੈੱਕ ਕਰਦੇ ਆ, ਉਸੇ ਹੈਲੀਕਾਪਟਰ ਰਾਹੀਂ ਸਾਰਾ ਉੱਥੇ ਨਿੱਕਾ ਜਿਹਾ ਪੰਜਾਬ ਰਹਿ ਗਿਆ ਨੇ, ਬਦੌਲਤ ਦੇਖਿਆ ਨਹੀਂ ਜਾ ਸਕਦਾ ਕਿੱਥੇ ਬਲੌਕ ਹੋਇਆ ਵਾ। ਸਾਡੇ ਜਿਹੜੇ ਔਨ ਰੋਡ ਸੀ ਉਹਦੇ ਵੀ 2-3 ਅਲਟਰਨੇਟਿਵ ਬਣਾ ਕੇ ਦਿੱਤੇ ਹੋਏ ਸੀ, ਇਹ ਉੱਥੇ ਗਏ ਹੀ ਨਹੀਂ। ਲੇਕਿਨ ਜਿਹੜੀਆਂ ਤੁਸੀਂ ਕਹਿੰਦੇ ਇਨਕੁਆਇਰੀਆਂ ਰੋਕੀਆਂ ਜਾਂਦੀਆਂ ਜਾਂ ਇਨਕੁਆਇਰੀਆਂ ਚੱਲ ਰਹੀਆਂ, ਮੇਰੇ ਲਈ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਜਾਂ ਕੋਈ ਵੀ ਅਦਾਲਤ ਹੈ, ਉੱਚੀ ਸੁੱਚੀ ਹੈਗੀ ਹੈ। ਅਸੀਂ ਸਮਝਦੇ ਹਾਂ, ਚਾਹੇ ਚੋਣ ਕਮਿਸ਼ਨ ਨੇ, ਇਹਨਾਂ ਅਦਾਰਿਆਂ ਦੀ ਪਵਿੱਤਰਤਾ ਨੂੰ ਪਾਸੇ ਰਹਿਣ ਦੇਣਾ ਚਾਹੀਦਾ, ਸਿਆਸਤ ਵਿੱਚ ਨਹੀਂ ਘਸੀੜਨਾ ਚਾਹੀਦਾ। ਅੱਜ ਇਹ ਕਿਉਂ ਕਦੇ ਕਹਿੰਦੇ ਕਰੋ, ਕਦੇ ਰਾਸ਼ਟਰਪਤੀ ਜਾਂਦੇ ਆ, ਕਦੇ ਸੁਪਰੀਮ ਕੋਰਟ ਜਾਂਦੇ ਨੇ। ਅੱਜ ਇਹ ਦਿਸ ਇਜ਼ ਅ ਸੈਕੰਡ ਪਾਰਟ ਆਫ ਦਿਸ ਸਾਜ਼ਿਸ਼ ਕਿ ਹੁਣ ਇੱਥੇ ਅਸੀਂ ਰਾਸ਼ਟਰਪਤੀ ਰਾਜ ਲਵਾਉਣਾ ਹੈ, ਅਸੀਂ ਕਿਹਨੂੰ ਗੁਨਾਹਗਾਰ ਠਹਿਰਾਉਣਾ ਹੈ, ਕਿਹੜੀ ਇਨਕੁਆਇਰੀ ਵਿੱਚ ਕੀ ਕਰਨਾ ਹੈਗਾ। ਅੱਜ ਇਹ ਬੜੀ ਇਸ ਸਾਜ਼ਿਸ਼ ਵਾਲੇ ਪਾਸੇ ਲੱਗੇ ਹੋਏ ਨੇ। ਇਹ ਵੀ ਸੋਚਦੇ ਆ ਕਿ ਜੇ ਅਸੀਂ ਰਾਸ਼ਟਰਪਤੀ ਰਾਜ ਲਾਤਾ, ਜਿਹੜੇ ਕਈ ਇਹਨਾਂ ਨੂੰ ਕਹਿੰਦੇ ਆ, ਤਾਂ ਸਟੇਟ ਗਵਰਨਮੈਂਟ ਨਾਲ ਹੋਰ ਵੀ ਸਿੰਪੈਥੀ ਹੋ ਜੂ। ਇਹ ਪਹਿਲਾਂ ਇਹਨਾਂ ਨੇ ਸਾਡੇ ਬਿੱਲ ਰੋਕੇ। ਦੇਖੋ ਇਹ ਉੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਬਿੱਲਾਂ ਤੋਂ। ਚੰਨੀ ਕੈਪਟਨ ਤੋਂ ਬਾਅਦ, ਚੰਨੀ ਨੇ ਆਉਣ ਤੋਂ ਬਾਅਦ ਜਿਹੜੇ ਫੈਸਲੇ ਲਏ ਉਹਨੂੰ ਲੋਕਾਂ ਨੇ ਪਸੰਦ ਕੀਤਾ, ਲੋਕ ਹਿੱਤ ਦੇ ਫੈਸਲੇ ਸੀਗੇ, ਉਹਦੇ ਸਾਨੂੰ ਵਾਹਵਾ ਮਿਲਣ ਲੱਗੀ ਸੀ। ਕੈਪਟਨ ਦੀ ਸਰਕਾਰ ਨੂੰ ਉਹਦੇ ਵਿੱਚ ਉਹਨਾਂ ਨੇ ਨੈਗੇਟਿਵਿਟੀ ਲਈ ਵੀ, ਉਹਨੇ 4.5 ਸਾਲ 'ਚ ਨਹੀਂ ਕੁਝ ਕੀਤਾ, ਇਹਨਾਂ ਨੇ ਕੀਤਾ। ਤੇ ਮੋਦੀ ਸਾਹਿਬ ਦਾ ਵੀ ਇਹ ਸੀ ਕਿ ਜੇ ਸਟੇਟ 'ਚ ਸਾਰੇ ਫੈਸਲੇ ਕੀਤੇ, ਤੁਸੀਂ ਕੀ ਭਾਲਦੇ ਹੋ? ਪਰ ਇਹ ਪੂਰਾ ਘਟਨਾਕ੍ਰਮ ਜੋ ਵਾਪਰਿਆ, ਜੋ ਪੂਰਾ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਚੱਲ ਰਹੀ ਹੈ, ਇਹਦਾ ਤੁਹਾਨੂੰ ਕੀ ਲੱਗਦਾ ਸਿਆਸੀ ਲਾਹਾ ਕਿਹਨੂੰ ਮਿਲ ਸਕਦਾ? ਦੇਖੋ ਮੈਂ ਇਹ ਕਹਿੰਦੀ ਹਾਂ ਨਾ, ਸਿਆਸੀ ਲਾਹਾ ਲੈਣਾ ਤਾਂ ਇੱਕ ਬਹੁਤ, ਮੈਂ ਕਹਿੰਦੀ ਭੈੜੀ ਸੋਚ ਹੈ, ਕਦੇ ਸੋਚਣਾ ਨਹੀਂ ਚਾਹੀਦਾ। ਕਿਸੇ ਸਟੇਟ ਦੇ ਹਿੱਤ ਤੇ, ਕਿਸੇ ਲੋਕਾਂ ਦੇ ਹਿੱਤ ਤੇ ਸਾਨੂੰ ਸਿਆਸੀ ਲਾਹੇ ਲੈਣ ਦੀ ਜਿਹੜੀ ਗੱਲ ਹੈਗੀ ਪਰੰਪਰਾ, ਬਹੁਤ ਮਾੜੀ ਗੱਲ ਹੈ, ਨਹੀਂ ਹੋਣੀ ਚਾਹੀਦੀ। ਲੇਕਿਨ ਇੱਥੇ ਸੱਚਾਈ ਜਿਹੜੀ ਹੈਗੀ ਹੈ, ਸੱਚਾਈ ਨੂੰ ਲਾਹਾ ਹੋਊਗਾ ਜੋ ਸੱਚ ਚੀਜ਼ ਹੈ। ਅਸੀਂ ਤਾਂ ਬਾਕਾਇਦਾ ਕਿਹਾ ਜੇ ਆਉਣਾ ਹੈ ਤਾਂ ਯੂ ਆਰ ਮੋਸਟ ਵੈਲਕਮ, ਸਾਡੇ ਮਿਨਿਸਟਰ ਰਿਸੀਵ ਕਰਨ ਨੂੰ ਖੜੇ ਹੈ। ਸਾਡੀ ਜਿਹੜੀ ਸਟੇਟ ਦੀ ਹੁੰਦੀ ਹੈ ਨਾ ਏਜੰਸੀ, ਜਦੋਂ ਕਿਸੇ ਪੀਐਮ ਨੇ ਆਉਣਾ ਹੁੰਦਾ ਹੈ, ਉਹ ਤਾਂ ਜਸਟ ਸੈਂਟਰਲ ਏਜੰਸੀਆਂ ਦੀ ਡਿਸਪੋਜ਼ਲ ਤੇ ਹੁੰਦੀ ਹੈ, ਉਹ ਆਪ ਇੰਟਰਫੀਅਰ ਨਹੀਂ ਕਰ ਸਕਦੇ। ਈਵਨ ਕੋਈ ਮਿਨਿਸਟਰ ਵੀ ਉੱਥੇ ਨਹੀਂ ਜਾ ਸਕਦਾ ਜੇ ਉਹ ਨਹੀਂ ਚਾਹੁੰਦੇ ਉਹਨਾਂ ਦੇ ਜਿਹੜੇ ਐਸਪੀਜੀ ਦੇ ਹੈਗੇ ਆ ਚਾਲੇ ਵਾਲੇ।
ਇਸ ਕਰਕੇ ਇਹ ਸਾਰੀਆਂ ਏਜੰਸੀਆਂ ਦੇ ਵਿੱਚ ਉਹਨਾਂ ਕੋਲ ਪਾਵਰ ਸੀ, ਉਹਨਾਂ ਕੋਲ ਕੰਟਰੋਲ ਸੀ, ਉਹਨਾਂ ਕੋਲ ਸਾਰੀ BSF 75% ਪੰਜਾਬ 'ਚ ਬਾੜੀ ਵੀ ਸੀ, ਉਹਨਾਂ ਦਾ ਸਾਰੇ ਸਰਵੇ ਹੋਏ ਹੋਏ ਸੀ, ਉਹਨਾਂ ਦੇ ਮੌਸਮ ਸਰਵੇ ਹੋਏ ਹੋਏ ਸੀ। ਔਰ ਉਹਨਾਂ ਨੇ ਜਿਵੇਂ ਮੈਂ ਕਹਿੰਦਾ ਦੇਣਾ, ਜੇ ਦੇਣਾ ਤਾਂ ਦਿੱਤਾ ਤਾਂ ਪਹਿਲੇ ਵਾਲਾ ਹੀ ਨਹੀਂ, ਜਿਹੜਾ ਪਤਾ ਸੀ ਕਿ ਪੰਜਾਬ ਦੇ ਵਿੱਚੋਂ ਮੁੱਢ ਵੱਜਿਆ ਕਿਸਾਨਾਂ ਦੇ ਇਸ ਅੰਦੋਲਨ ਦਾ, ਦੇ ਕੇ ਜੇ ਉਹ ਵੀ ਨਹੀਂ ਦਿੱਤਾ। ਆਖਿਰ ਦੇ ਵਿੱਚ ਬੀਬੀ ਜੀ ਮੈਨੂੰ ਇਹ ਦੱਸੋ ਕਿ ਹੁਣ ਇਸ ਪੂਰੇ ਘਟਨਾਕ੍ਰਮ ਦਾ ਬਣੂਗਾ ਕੀ, ਨਿਕਲੂਗਾ ਕੀ? ਸੂਬੇ ਦਾ ਤੁਹਾਨੂੰ ਲੱਗਦਾ ਹੈ ਕਿ ਵਾਕਈ ਨੁਕਸਾਨ ਹੋ ਗਿਆ? ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਦੇਣ ਦੀ ਗੱਲ ਹੋ ਰਹੀ ਸੀ ਉਹ ਦੇ ਸਕਦੇ ਸੀ, ਜਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਵੀ ਕੇਂਦਰ ਦੇ ਨਾਲ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਕਿ ਭਾਈ ਜਿਹੜੇ ਤੁਸੀਂ ਐਲਾਨ ਕਰਨੇ ਸੀ ਚਲੋ ਹੁਣ ਕਰ ਦਿਓ, ਫਰਾਖਦਿਲੀ ਦਿਖਾ ਦਿਓ? ਇਸ ਪੂਰੇ ਘਟਨਾਕ੍ਰਮ 'ਚ ਅੱਗੇ ਹੋਏਗਾ ਕੀ ਤੇ ਨੁਕਸਾਨ ਕਿਹਦਾ ਹੋਊਗਾ? ਦੇਖੋ, ਮੈਂ ਤਾਂ ਆਪ ਇਹੀ ਕਹਿੰਦੀ ਹੈਗੀ ਆ ਕਿ ਇਹਨਾਂ ਨੂੰ ਦੇਣਾ ਕੁਝ ਵੀ ਨਹੀਂ ਸੀ, ਤੇ ਇਹ ਦੇਣ ਦਾ ਤਾਂ ਐਵੇਂ ਡਰਾਮਾ ਰਚਦੇ ਸੀ ਕਿ ਦੇਣਾ ਅਸੀਂ ਦਿੱਤਾ ਨਹੀਂ, ਜਿਵੇਂ ਮੈਂ ਪਹਿਲਾਂ ਮਿਸਾਲ ਦੇ ਕੇ ਹਟੀਆਂ। ਲੇਕਿਨ ਜੇ ਦੇਣਾ ਹੁੰਦਾ ਤਾਂ ਪੰਜਾਬ 'ਚ ਆਉਣ ਤੋਂ ਪਹਿਲਾਂ ਹੀ, ਨਾਲੇ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਜੁੜੇ ਮੁੱਦਿਆਂ ਦੇ ਉੱਤੇ, ਨਾਲੇ ਪੰਜਾਬ ਦੇ ਵਿੱਚ ਮੈਂ ਐਨ ਚੱਲਿਆ ਪੰਜਾਬ ਦੇਸ਼ ਭਗਤਾਂ ਦੇ, ਜਿਹੜਾ ਸਾਡੀ ਬਾਰਡਰ ਦੀ ਸਟੇਟ ਹੈ ਜਿੱਥੇ ਭਗਤ ਸਿੰਘ ਦਾ ਸਾਰਾ ਗੱਲ ਕਰਕੇ ਉੱਥੇ ਚੱਲਿਆ, ਸੈਣੀ ਵਾਲੇ ਫੁੱਲ ਚੜਾਉਣਾ, ਮੈਂ ਆ ਚੀਜ਼ਾਂ ਦੇਵਾਂਗਾ ਜਿਹੜੀਆਂ ਉੱਥੇ ਗਰਾਊਂਡ ਤੇ ਜਾ ਕੇ ਮੈਂ ਅਨਾਉਂਸ ਕਰਦੀਆਂ ਨੇ। ਉਹ ਦੇ ਕੇ ਆਉਂਦੇ, ਦੇਣਾ ਹੈ ਹੀ ਨਹੀਂ ਸੀ, ਉਹਨੂੰ ਸਿਰਫ ਚਮਕਾਉਣਾ ਹੈ, ਜਿਵੇਂ ਕਹਿੰਦੇ ਨਾ ਕਿ ਬਿਨਾਂ ਕਾਰਨ ਤੋਂ ਆਪਣਾ ਐਲਾਨ ਕਰਕੇ ਉਹਦਾ ਫਾਇਦਾ ਲੈਣਾ ਚਾਹੁੰਦੇ ਸੀ, ਲਾ ਲੈਣਾ ਚਾਹੁੰਦੇ ਸੀ। ਲੇਕਿਨ ਇਹ ਸਾਰੀ ਘਟਨਾ ਚੱਕਰ ਦੇ ਵਿੱਚ ਅੱਜ ਦੋ ਚਿੱਤੀ ਵਿੱਚ ਤੇ ਅੱਜ ਉਲਟੀ ਉਹਨਾਂ ਦੇ ਉੱਤੇ ਪੈ ਗਈ ਹੈ ਗੱਲ, ਸਾਰਾ ਦੁਨੀਆ ਜਾਣਦੀ ਹੈ, ਸਾਰੇ ਮੁਲਕ ਜਾਣਦੇ ਹੈ। ਸੈਂਟਰਲ ਏਜੰਸੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ। ਜੇ ਇੱਕ ਪ੍ਰਾਈਮ ਮਿਨਿਸਟਰ ਨੂੰ ਮੋਦੀ ਜੀ ਦੀ ਸਰਕਾਰ ਦੀਆਂ ਏਜੰਸੀਆਂ ਇੱਕ ਸਟੇਟ ਦੇ ਵਿੱਚ ਜਾਣ ਵਾਸਤੇ ਪ੍ਰੋਟੈਕਸ਼ਨ ਦੇ ਸਕੀਆਂ, ਉਹ ਨਹੀਂ ਚਲਾ ਸਕੀਆਂ, ਦੇਸ਼ ਕਿਵੇਂ ਚਲਾਉਣਗੇ ਇਹ? ਔਰ ਦੂਜੀ ਗੱਲ ਇਹਦੇ ਵਿੱਚ ਇਹ ਕਹਿੰਦੇ ਕਿ ਹੋਇਆ ਕੀ ਹੈ, ਇੱਕ 10 ਮਿੰਟ ਰੁਕਿਆ ਨਾ ਕਾਫਲਾ, ਦੂਜਾ ਅਲਟਰਨੇਟਿਵ ਹੈਗਾ ਸੀ ਉਸ ਪਾਸੇ ਪਾ ਲੈਂਦੇ ਨਾਲ ਦੀ ਨਾਲ। ਕਿਸੇ ਨੇ ਕੋਈ ਰੋੜੀ ਮਾਰੀ, ਕਿਸੇ ਨੇ ਕੋਈ ਹਮਲਾ ਕੀਤਾ, ਕੋਈ ਉਹਨਾਂ ਵੱਲ ਵਧਿਆ, ਸਿਰਫ ਪ੍ਰੋਟੈਸਟ ਵਾਸਤੇ ਉੱਥੇ ਕਿਸਾਨ ਖੜੇ ਆ, ਜੋ ਉਸ ਦਾ ਤੇ ਬਲੌਕੇਜ ਹੈ ਦੂਜੇ ਪਾਸੇ ਦੀ। ਬਾਕੀ ਜੋ ਇਹਦੇ ਵਾਸਤੇ ਐਡਾ ਵੱਡਾ ਇਸ਼ੂ ਬਣਾਇਆ ਇਹਨਾਂ ਨੇ ਕਿ ਪ੍ਰਾਈਮ ਮਿਨਿਸਟਰ ਤੁਰੇ ਫਿਰਦੇ ਨੇ। ਜਦੋਂ ਆ ਪੰਜਾਬ ਦਾ ਘਟਨਾ ਚੱਕਰ 700 ਸੀਗਾ, ਸਾਡਾ 700 ਤੋਂ ਬਾਅਦ ਸ਼ਹੀਦ ਹੋਇਆ ਸੀ, ਇਹ ਗਏ ਰਾਸ਼ਟਰਪਤੀ ਕੋਲ, ਇਹਨਾਂ ਨੇ ਇੱਕ ਵਾਰ ਇੱਕ ਲਫ਼ਜ਼ ਵੀ ਕਿਹਾ ਕਿ ਮੈਨੂੰ ਬੜਾ ਅਫਸੋਸ ਹੈ ਉਸ ਗੱਲ ਦੇ ਉੱਤੇ, ਔਰਤਾਂ ਸਾਡੀਆਂ ਮਾਰੀਆਂ ਗਈਆਂ, ਉਹ ਅਫਸੋਸ ਹੈ। ਮੋਦੀ ਜੀ ਦੀ ਗੱਡੀ 10 ਮਿੰਟ ਰੁਕ ਗਈ ਤਾਂ ਅਫਸੋਸ ਹੈ। ਜਿਹੜਾ 1.5 ਸਾਲ ਦਾ ਕਿਸਾਨ ਉੱਥੇ ਬੈਠਾ ਹੈ, ਔਰਤਾਂ ਬੈਠੀਆਂ, ਬੱਚੇ ਬੈਠੇ ਹੈ, ਉਹਦਾ ਕੋਈ ਅਫਸੋਸ ਨਹੀਂ ਮੋਦੀ ਜੀ ਨੂੰ। ਇਹ ਗੱਲਾਂ ਛੁਪੀਆਂ ਨਹੀਂ ਰਹਿੰਦੀਆਂ, ਸਾਰੇ ਲੋਕ ਜਾਣਦੇ ਆ, ਔਰ ਇਹਦੀ ਇਹਨਾਂ ਨੂੰ ਸਜ਼ਾ ਮਿਲਣੀ ਹੈ। ਆ ਪਹਿਲੀ ਸਜ਼ਾ ਤਾਂ ਮਿਲ ਗਈ ਹੈ ਕਿ ਅੱਜ ਇੱਕ ਨਰਾਦਰ ਕਰਾ ਕੇ ਪ੍ਰਾਈਮ ਮਿਨਿਸਟਰ ਪੰਜਾਬ ਦੀ ਸਟੇਟ ਚੋਂ, ਜਿੱਥੇ ਉਹਨੂੰ ਸੁਣਨ ਲਈ ਨਹੀਂ ਕੋਈ ਆਇਆ, ਔਰ ਸਾਡਾ ਜਿਹੜਾ ਮੋਸਟ ਪਾਪੂਲਰ ਲੀਡਰ ਕਹਿੰਦਾ ਕੈਪਟਨ, ਉਹ ਖਾਲੀ ਕੁਰਸੀਆਂ ਨੂੰ ਅਰੈਸਟ ਕਰਕੇ ਮੁੜਿਆ ਆ। ਜਿਹੜਾ ਤੀਜਾ ਇਹਦੇ ਨਾਲ ਹੋਰ ਕਹਿੰਦਾ ਉਹ ਮੋਗੇ ਤੋਂ ਹੀ ਮੁੜਿਆ ਆਇਆ ਕਰੋਨੇ ਦਾ ਬਹਾਨਾ ਲਾ ਕੇ। ਸੋ ਇਹਨਾਂ ਦਾ ਪਤਾ ਲੱਗ ਗਿਆ ਕਿ ਇਹਨਾਂ ਝੋਲੀ 'ਚ ਕਿੰਨੇ ਕੁ ਦਾਣੇ ਆ। ਮੋਦੀ ਸਾਹਿਬ ਨੇ ਵੀ ਦੇਖ ਲਿਆ, ਜਿਹੜੇ ਵੱਡੀਆਂ ਵੱਡੀਆਂ ਫੜਾ ਮਾਰਦੇ ਸੀ, ਔਰ ਮੋਦੀ ਸਾਹਿਬ ਨੂੰ ਇਨਕਲੂਡਿੰਗ ਇਹ ਤਿੱਕੜੀ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਤੇ ਇਹਨਾਂ ਨੂੰ ਚਾਹੁੰਦੇ ਨਹੀਂ ਸੁਣਨਾ, ਤੇ ਇਸ ਕਰਕੇ ਇਹ ਇੱਕ ਦੂਜੇ ਪਾਸੇ ਦੂਜੀ ਗਲੀ ਨਿਕਲਣਾ ਚਾਹੁੰਦੇ, ਫੇਲਿਅਰ ਹੈ, ਔਰ ਇਹਦਾ ਨਤੀਜਾ ਇਹਨਾਂ ਨੂੰ 2022 ਦੇ ਵਿੱਚ ਮਿਲ ਜਾਣਾ। ਬੀਬੀ ਜੀ ਆਖਰੀ ਲਾਈਨ ਦੇ ਵਿੱਚ, ਇੱਕੋ ਲਾਈਨ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹੂੰਗਾ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸੂਬੇ ਦੀ ਜਾਂ ਕਿਸੇ ਅਧਿਕਾਰੀ ਦੀ, ਕਿਸੇ ਅਹੁਦੇ ਤੇ ਬੈਠੇ, ਚਾਹੇ ਮੁੱਖ ਮੰਤਰੀ ਚਾਹੇ ਗ੍ਰਹਿ ਮੰਤਰੀ ਹੈ, ਤੁਹਾਡੇ ਮੁਤਾਬਕ ਨਾ ਕੁਝ ਹੋਇਆ, ਨਾ ਕਿਸੇ ਦੀ ਕੋਈ ਗਲਤੀ ਹੈ? ਦੇਖੋ ਕਿੱਥੇ ਗਲਤੀ ਹੈ। ਜੇ ਸਿਕਿਉਰਿਟੀ ਲਈ ਉਹਨਾਂ ਨੇ ਮੰਗੀਆਂ ਫੋਰਸਜ਼ 2000 ਮੰਗੀਆਂ, 4000 ਮੰਗੀਆਂ, 5000 ਮੰਗੇ, 10000 ਸਿਕਿਉਰਿਟੀ ਫੋਰਸਜ਼ ਦਿੱਤੀਆਂ ਸੀ। ਜੇ ਉਹਨਾਂ ਰੂਟ ਮੰਗੇ ਤਾਂ ਉਹਨਾਂ ਨੇ 3 ਰੂਟਾਂ ਦਾ ਅਲਟਰਨੇਟਿਵ ਕਰਕੇ ਦਿੱਤਾ। ਤੇ ਜੇ ਖੜੇ ਪੈਰ ਪ੍ਰਾਈਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦੀਆਂ ਕੋਈ ਏਜੰਸੀਆਂ ਰੂਟ ਬਦਲਦੀਆਂ, ਸਰਕਾਰ ਦੀ ਕਿੱਥੇ ਗਲਤੀ ਹੈਗੀ ਹੈ? ਸਾਡੇ ਵਜ਼ੀਰ ਰਿਸੀਵ ਕਰਨ ਵਾਸਤੇ ਗਏ ਨੇ, ਹੁਣ ਅਸੀਂ ਉੱਥੇ ਪੰਜਾਬ ਨੂੰ ਜਾ ਕੇ ਕੁਰਸੀਆਂ ਭਰ ਕੇ ਇਕੱਠ ਤਾਂ ਕਰਨੋਂ ਰਹੇ ਉਹਨਾਂ ਦੇ। ਤੇ ਜੇ ਪ੍ਰਾਈਮ ਮਿਨਿਸਟਰ ਦੇ ਉੱਤੇ ਉਹਨਾਂ ਨੇ ਵਾਟਰਪ੍ਰੂਫ ਲਾਇਆ ਹੈ ਤਾਂ ਉੱਥੇ ਤਾਂ ਤੇ ਐਡੀ ਵੱਡੀ ਸਰਕਾਰ ਹੈ ਹਿੰਦੁਸਤਾਨ ਦੀ, ਲੋਕਾਂ ਦੇ ਬੈਠਣ ਵਾਲੀ ਥਾਂ ਤੇ ਵਾਟਰਪ੍ਰੂਫ ਲਾ ਦਿੰਦੇ। ਤੇ ਜਿਹੜਾ ਇਹ ਕਹਿੰਦੇ 70000 ਕੁਰਸੀ, 1 ਲੱਖ ਕੁਰਸੀ ਲਾਈ, 70000 ਬੰਦਾ ਜੇ ਕਹਿੰਦੇ ਰੁਕਾਵਟ, ਤੇ ਜੇ ਰੁਕਾਵਟ ਨੂੰ ਤੋੜ ਕੇ ਕਿਸਾਨ ਦਿੱਲੀ ਪਹੁੰਚ ਸਕਦੇ ਹੈ, ਤਾਂ ਉਹ ਉੱਥੇ ਪ੍ਰਾਈਮ ਮਿਨਿਸਟਰ ਨੂੰ ਕਰਨ ਵਾਸਤੇ ਫਿਰੋਜ਼ਪੁਰ ਨਹੀਂ ਪਹੁੰਚ ਸਕਿਆ। 70000 ਬੰਦਾ ਕਿੱਥੇ ਆ? ਉਹ ਇਹ ਸਾਰਾ ਝੂਠ ਦਾ ਪਲੰਦਾ ਹੈ, ਉਹ 'ਚ ਕੋਈ ਸੱਚਾਈ ਨਹੀਂ। ਸੂਬੇ ਦੀ ਸਰਕਾਰ ਦਾ ਕੋਈ ਗੁਨਾਹ ਨਹੀਂ, ਜੋ ਮੰਗਿਆ ਉਹ ਪੂਰਾ ਕੀਤਾ। ਉਹ ਆਪਦੇ ਗੁਨਾਹਾਂ ਦੀ, ਆਪਦੀਆਂ ਮਾੜੀਆਂ ਸੋਚਾਂ ਦਾ ਘੜਾ ਸਾਡੇ ਸਿਰ ਭੰਨਣਾ ਚਾਹੁੰਦੇ ਆ, ਜਿਹਨੂੰ ਪੰਜਾਬ ਦੇ ਲੋਕਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਤਾਂ ਕੋਈ ਅਸਰ ਨਹੀਂ ਹੋਣਾ। ਤਾਂ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਸਾਫ਼ ਤੌਰ ਤੇ ਕਹਿੰਦੇ ਨੇ ਕਿ ਪੰਜਾਬ ਦਾ ਕੋਈ ਕਸੂਰ ਨਹੀਂ ਆ, ਸਾਫ਼ ਤੌਰ ਤੇ ਸਿੱਧੀ ਕਲੀਨ ਚਿੱਟ ਦੇ ਰਹੇ ਨੇ ਆਪਣੀ ਪਾਰਟੀ ਦੀ ਸਰਕਾਰ ਨੂੰ। ਕਹਿੰਦੇ ਨੇ ਕਿ ਅਸੀਂ ਪ੍ਰੋਟੋਕਾਲ ਫੋਲੋ ਕੀਤਾ ਹੈ, ਪਰ ਫੇਲੀਅਰ ਕਹਿੰਦੇ ਨੇ ਕਿ ਕੇਂਦਰ ਦੀਆਂ ਏਜੰਸੀਆਂ ਦਾ ਹੈ ਕਿ ਆਪਦੇ ਪ੍ਰਧਾਨ ਮੰਤਰੀ ਨੂੰ ਕੇਂਦਰੀ ਏਜੰਸੀਆਂ ਸੁਰੱਖਿਆ ਨਹੀਂ ਦੇ ਸਕੀਆਂ। ਸਿੱਧੇ ਤੌਰ ਤੇ ਕਹਿੰਦੇ ਨੇ ਕਿ ਕੋਈ ਜ਼ਿੰਮੇਵਾਰੀ ਨਹੀਂ, ਔਰ ਲੋਕਾਂ ਦਾ ਜਿਹੜਾ ਰੋਸ ਹੈ ਉਹ ਹਲੇ ਕੇਂਦਰ ਪ੍ਰਤੀ ਠੰਡਾ ਨਹੀਂ ਹੋਇਆ, ਔਰ ਉਸੇ ਰੋਸ ਦਾ ਨਤੀਜਾ ਦਾਅਵਾ ਕਰਦੇ ਨੇ ਕਿ ਇਹ ਜੋ ਘਟਨਾਕ੍ਰਮ ਹੋਇਆ ਉਹ ਨਜ਼ਰ ਆ ਰਿਹਾ। ਨਿਊਜ਼ 18 ਪੰਜਾਬ ਤੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ। ਫਿਲਹਾਲ ਮੈਨੂੰ ਨੁਪਿੰਦਰ ਸਿੰਘ ਬਰਾੜ ਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਰਜਿੰਦਰ ਨੂੰ ਦਿਓ ਇਜਾਜ਼ਤ। ਧੰਨਵਾਦ।